ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ 9ਵੇਂ ਪਾਤਸ਼ਾਹ ਜੀ। ਉਹਨਾਂ ਦੇ ਇੱਕ ਬਹੁਤ ਹੀ ਪਿਆਰ ਵਾਲੇ ਸਿੱਖ ਭਾਈ ਫੱਗੂ ਮੱਲ ਜੀ ਹੋਏ ਨੇ, ਜੋ ਕਿ ਸਸਰਾਮ ਦੇ ਰਹਿਣ ਵਾਲੇ ਸਨ। ਉਹਨਾਂ ਦਾ ਕਾਰਜ ਸੀ ਕਿ ਨਗਰਾਂ ਦੇ ਵਿੱਚ ਜਾ ਕਰਕੇ ਸਿੱਖੀ ਦਾ ਪ੍ਰਚਾਰ ਕਰਨਾ ਤੇ ਗੁਰੂ ਘਰ ਵਾਸਤੇ ਸਿੱਖਾਂ ਦੇ ਘਰਾਂ ਦੇ ਵਿੱਚੋਂ ਦਸਵੰਧ ਭੇਟਾ ਇਕੱਠੀ ਕਰਨੀ। ਦਸਵੰਧ ਭੇਟਾ ਇਕੱਠੀ ਕਰਕੇ ਗੁਰੂ ਦਰਬਾਰ 'ਚ ਪਹੁੰਚਾਇਆ ਕਰਦੇ ਸੀ। ਤੇ ਗੁਰੂ ਸਾਹਿਬ ਜੀ ਨਾਲ ਇੰਨਾ ਪਿਆਰ ਸੀ ਕਿ ਹਰ ਵੇਲੇ ਚੇਤੇ ਕਰਦੇ ਸਨ, ਹਰ ਵੇਲੇ ਮਹਾਰਾਜ ਜੀ ਦੇ ਚਰਨਾਂ 'ਚ ਜੁੜੇ ਰਹਿੰਦੇ ਸੀ ਭਾਈ ਫੱਗੂ ਮੱਲ ਜੀ, ਜਿਨ੍ਹਾਂ ਨੂੰ ਪਿੰਡ ਦੇ ਲੋਕ ਚਾਚਾ ਫੱਗੂ ਕਿਹਾ ਕਰਦੇ ਸੀ। ਹਰ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਨਾ, ਬੈਠੇ ਰਹਿਣਾ, ਬੇਨਤੀ ਕਰਨੀ, ਮਹਾਰਾਜ ਜੀ ਆਪ ਜੀ ਜ਼ਰੂਰ ਕਿਰਪਾ ਕਰੋ ਕਿ ਦਾਸ ਦੇ ਘਰੇ ਜ਼ਰੂਰ ਆਓ। ਮਨ ਦੇ ਅੰਦਰ ਭਾਵਨਾ ਸੀ, ਚਾਚਾ ਫੱਗੂ ਜੀ ਦੇ ਪਿਆਰ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇੱਕ ਦਿਨ ਬਹਿ ਕੇ ਬੇਨਤੀ ਕਰਨ ਲੱਗੇ, ਸੱਚੇ ਪਾਤਸ਼ਾਹ ਜੀ ਇਸ ਕਿਰਪਾ ਕਰੋ ਇਸ ਸਿੱਖ ਤੇ, ਆਪ ਜੀ ਇੱਕ ਦਿਨ ਜ਼ਰੂਰ ਗਰੀਬ ਦੇ ਘਰੇ ਆ ਕੇ ਜਾਓ, ਦਾਸ ਦੀ ਬੇਨਤੀ ਪ੍ਰਵਾਨ ਕਰਿਓ। ਤੇ ਜਿੱਦਣ ਤੋਂ ਬੇਨਤੀ ਕਰਨੀ ਸ਼ੁਰੂ ਕੀਤੀ, ਮਹਾਰਾਜ ਜੀ ਘਰੇ ਆਓ, ਘਰੇ ਆਉਣ ਦੀ ਤਾਂਘ ਜਿੱਦਣ ਤੋਂ ਜਾਗੀ ਮਨ ਦੇ ਅੰਦਰ ਵੀ ਮਹਾਰਾਜ ਜੀ ਘਰੇ ਜ਼ਰੂਰ ਆਉਣਗੇ, ਉਦਣ ਤੋਂ ਹੀ ਚਾਚੇ ਫੱਗੂ ਨੇ ਆਪਣੇ ਘਰ ਦਾ ਦਰਵਾਜ਼ਾ ਵੱਡਾ ਬਣਵਾਉਣਾ ਸ਼ੁਰੂ ਕਰ ਦਿੱਤਾ। ਪਿੰਡ ਦੇ ਲੋਕ ਪੁੱਛਣ ਲੱਗੇ, ਚਾਚਾ ਜੀ ਇਹ ਕੀ ਲੱਗੇ ਹੋ ਕਰਨ, ਗੇਟ ਕਾਹਤੋਂ ਤੋੜ ਰਹੇ ਹੋ, ਵੱਡਾ ਕਰ ਰਹੇ ਹੋ? ਤਾਂ ਚਾਚਾ ਫੱਗੂ ਕਹਿਣ ਲੱਗਾ, ਸੰਗਤ ਜੀ ਗੇਟ ਤਾਂ ਵੱਡਾ ਕਰ ਰਹੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਉਣਾ ਆ ਮੇਰੇ ਘਰ ਦੇ ਵਿੱਚ, ਤੇ ਘੋੜੇ ਦੇ ਉੱਤੇ ਸਵਾਰ ਹੋ ਕੇ ਹੀ ਅੰਦਰ ਆਉਣ, ਘੋੜੇ ਤੋਂ ਉਤਰਨਾ ਨਾ ਪਏ ਮੇਰੇ ਸਤਿਗੁਰਾਂ ਨੂੰ। ਸੰਗਤ ਸਾਰੀ ਹੈਰਾਨ। ਚਾਚਾ ਫੱਗੂ ਨੂੰ ਸੰਗਤ ਕਹਿਣ ਲੱਗੀ, ਪਿੰਡ ਦੇ ਲੋਕ ਕਹਿਣ ਲੱਗੇ, ਕਹਿੰਦੇ ਚਾਚਾ ਗੁਰੂ ਤੇਗ ਬਹਾਦਰ ਸਾਹਿਬ ਜੀ ਪੰਜਾਬ ਵਸਦੇ ਆ, ਕਿੱਥੇ ਆਪਾਂ ਬਿਹਾਰ ਵਸਦੇ ਆ, ਕਿੱਥੇ ਆਉਣਗੇ ਉਹ? ਚਾਚਾ ਫੱਗੂ ਕਹਿਣ ਲੱਗਾ, ਸੰਗਤ ਜੀ ਅਰਦਾਸਾਂ ਆ, ਅਰਦਾਸ ਕਰਦੇ ਆ ਰੋਜ਼। ਲੋਕੀ ਪੁੱਛਣ ਲੱਗੇ, ਚਾਚਾ ਕੋਈ ਸੁਨਾਹ ਘੱਲਿਆ ਸੀ ਗੁਰੂ ਜੀ ਨੂੰ, ਗੁਰੂ ਸਾਹਿਬ ਜੀ ਨੂੰ ਕੋਈ ਚਿੱਠੀ ਭੇਜੀ ਏ, ਸੁਨੇਹਾ ਲਾਇਆ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਆਉਣਗੇ? ਚਾਚਾ ਫੱਗੂ ਕਹਿਣ ਲੱਗਾ, ਸੰਗਤ ਜੀ ਕੋਈ ਚਿੱਠੀ ਕੋਈ ਸੁਨੇਹਾ ਨਹੀਂ ਲਾਇਆ, ਅਰਦਾਸਾਂ ਕਰਦਾ, ਆਸ ਆ, ਭਰੋਸਾ ਆ ਮੈਨੂੰ ਕਿ ਮੇਰੇ ਸਤਿਗੁਰੂ ਜੀ ਮੇਰੀ ਅਰਦਾਸ ਸੁਣ ਕੇ, ਬੇਨਤੀ ਸੁਣ ਕੇ ਜ਼ਰੂਰ ਇੱਕ ਦਿਨ ਮੇਰੇ ਘਰੇ ਆਉਣਗੇ। ਸੰਗਤ ਸਾਰੀ ਹੈਰਾਨ। ਗੇਟ ਵੱਡਾ ਬਣਾਤਾ। ਜਿਸ ਦਿਨ ਤੋਂ ਚਾਚਾ ਫੱਗੂ ਜੀ ਨੇ ਦਰਵਾਜ਼ਾ ਵੱਡਾ ਕੀਤਾ ਨਾ ਆਪਣੇ ਘਰ ਦਾ, ਉਸ ਦਿਨ ਤੋਂ ਭਾਈ ਫੱਗੂ ਮੱਲ ਜੀ ਨੇ, ਚਾਚਾ ਫੱਗੂ ਜੀ ਨੇ ਆਪਣੇ ਘਰ ਦਾ ਬੂਹਾ ਨਹੀਂ ਬੰਦ ਕੀਤਾ ਕਦੇ ਵੀ। ਮਨ ਦੇ ਅੰਦਰ ਕੀ ਇੱਛਾ ਸੀ ਕਿ ਗੁਰੂ ਸਾਹਿਬ ਜੀ ਨੂੰ ਬੂਹਾ ਨਾ ਖੜਕਾਉਣਾ ਪੈ ਜੇ, ਹਰ ਵੇਲੇ ਬੂਹਾ ਖੁੱਲ੍ਹਾ ਰੱਖਿਆ ਵੀ ਕੀ ਪਤਾ ਗੁਰੂ ਸਾਹਿਬ ਜੀ ਕਦੋਂ ਆ ਜਾਣ। ਦਸਵੰਧ ਜਿਹੜਾ ਇਕੱਠਾ ਕਰਦੇ ਸੀ ਚਾਚਾ ਫੱਗੂ ਜੀ, ਉਹ ਇਕੱਠਾ ਕਰਕੇ ਰੱਖ ਦਿੱਤਾ। ਪਹਿਲੋਂ ਭੇਜਦੇ ਸੀ, ਉਦਣ ਸੋਚ ਲਿਆ ਵੀ ਹੁਣੇ ਦਸਵੰਧ ਗੁਰੂ ਸਾਹਿਬ ਜੀ ਨੂੰ ਕਹਿਤਾ, ਮਹਾਰਾਜ ਹੁਣੇ ਦਸਵੰਧ ਤੁਸੀਂ ਆਪ ਆਓਗੇ ਇੱਥੇ ਘਰ ਦੇ ਵਿੱਚ, ਆਪ ਆਪਣਾ ਦਸਵੰਧ ਲਓ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕਰਦਾ ਆ ਚਾਚਾ ਫੱਗੂ। ਚਾਚਾ ਫੱਗੂ ਦੀਆਂ ਅਰਦਾਸਾਂ ਗੁਰੂ ਸਾਹਿਬ ਜੀ ਕੋਲ ਪਹੁੰਚੀਆਂ, ਘਟ ਘਟ ਕੇ ਅੰਤਰ ਕੀ ਜਾਣਤ ਸਤਿਗੁਰਾਂ ਦੇ ਕੋਲ। ਮਹਾਰਾਜ ਜੀ ਬਨਾਰਸ ਆਏ, ਬਨਾਰਸ ਤੋਂ ਸਿੱਧਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਚਾਚਾ ਫੱਗੂ ਜੀ ਦੇ ਨਗਰ ਪਹੁੰਚ ਗਏ। ਦਰਵਾਜ਼ਾ ਖੁੱਲ੍ਹਾ ਆ, ਗੁਰੂ ਸਾਹਿਬ ਜੀ ਅੰਦਰ ਆ ਗਏ, ਘੋੜੇ ਤੇ ਸਵਾਰ ਆ। ਘੋੜੇ ਦੇ ਪੌੜਾਂ ਦੀ ਆਵਾਜ਼ ਪਈ ਕੰਨਾਂ ਦੇ ਵਿੱਚ, ਜਦੋਂ ਵੇਖਿਆ ਚਾਚਾ ਫੱਗੂ ਜੀ ਨੇ ਗੁਰੂ ਸਾਹਿਬ ਜੀ ਆ ਗਏ, ਸਤਿਗੁਰਾਂ ਦੇ ਚਰਨਾਂ ਤੇ ਢਹਿ ਪਿਆ, ਮੱਥਾ ਟੇਕਿਆ, ਬੈਰਾਗ ਦੇ ਵਿੱਚ ਆ ਗਏ ਚਾਚਾ ਫੱਗੂ ਜੀ। ਸਤਿਗੁਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਚਾਚਾ ਫੱਗੂ ਨੂੰ ਕਹਿਣ ਲੱਗੇ, ਫੱਗੂ ਮੱਲ ਜਿੰਨਾ ਘਰ ਦਾ ਵੱਡਾ ਦਰਵਾਜ਼ਾ ਆ, ਦਿਲ ਵੀ ਬੜਾ ਵੱਡਾ ਆ ਤੇਰਾ। ਉੱਥੇ ਲੋਕ ਵੀ ਇਕੱਠੇ ਹੋ ਗਏ ਪਿੰਡ ਦੇ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਲਈ। ਸਭ ਹੈਰਾਨ ਸਨ ਕਿ ਵਾਕਈ ਚਾਚਾ ਫੱਗੂ ਦੀਆਂ ਅਰਦਾਸਾਂ ਪੂਰੀਆਂ ਹੋਈਆਂ। ਥੋੜੇ ਟਾਈਮ ਬਾਅਦ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿਣ ਲੱਗੇ, ਲਿਆ ਭਾਈ ਕਾਰ ਭੇਟਾ ਆ ਜਿਹੜੀ ਗੁਰੂ ਘਰ ਦੀ ਉਹਦੇ।
ਜਿਹੜਾ ਚਾਚਾ ਫੱਗੂ ਨੇ ਸਿੱਖਾਂ ਕੋਲੋਂ ਭੇਟਾਵਾਂ ਸਨ ਜਿਹੜੀਆਂ ਇਕੱਠੀਆਂ ਕੀਤੀਆਂ, ਦਸਵੰਧ ਭੇਟਾ ਇਕੱਠੀ ਕੀਤੀ ਸੀ, ਉਹਨਾਂ ਉੱਤੇ ਲਿਖਿਆ ਹੋਇਆ ਸੀ ਆ ਇਹ ਸਿੱਖ ਦੀ ਮਾਇਆ ਆ ਇਹ ਸਿੱਖ ਦੀ ਭੇਟਾ ਆ, ਸਭ ਦੇ ਨਾਮ ਲਿਖੇ ਸੀ। ਸਾਰੀ ਗੁਰੂ ਸਾਹਿਬ ਜੀ ਨੂੰ ਅਰਪਣ ਕਰਤੀ, ਭੇਟਾਵਾਂ ਮਹਾਰਾਜ ਨੂੰ ਦੇਤੀਆਂ। ਤੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਭਾਈ ਭੇਟਾ ਘੱਟ ਦੇ ਰਹੇ ਆ, ਪੂਰੀ ਭੇਟਾ ਨਹੀਂ ਆਈ, ਦਸਵੰਧ ਭੇਟਾ ਪੂਰੀ ਦੇ। ਚਾਚਾ ਫੱਗੂ ਜੀ ਕਹਿਣ ਲੱਗੇ, ਕਹਿੰਦੇ ਸੱਚੇ ਪਾਤਸ਼ਾਹ ਜੀ ਭੇਟਾ ਤੇ ਸਾਰੀ ਆਪ ਜੀ ਨੂੰ ਅਰਪਣ ਕਰ ਦਿੱਤੀ ਏ, ਜਿੰਨੀ ਦਸਵੰਧ ਭੇਟਾ ਬਣਦੀ ਸੀ ਤਕਰੀਬਨ ਸਾਰੀ ਭੇਟਾ ਆਪ ਜੀ ਨੂੰ ਦੇ ਦਿੱਤੀ ਏ ਮਹਾਰਾਜ। ਗੁਰੂ ਸਾਹਿਬ ਜੀ ਨੇ ਫਿਰ ਕਿਹਾ, ਨਹੀਂ ਭਾਈ ਭੇਟਾ ਪੂਰੀ ਨਹੀਂ ਹੈ, ਭੇਟਾ ਹੋਰ ਵੀ ਬਣਦੀ ਏ, ਦਸਵੰਧ ਭੇਟਾ ਪੂਰੀ ਦੇ। ਤਾਂ ਭਾਈ ਫੱਗੂ ਜੀ ਕਹਿਣ ਲੱਗੇ, ਕਹਿੰਦੇ ਸੱਚੇ ਪਾਤਸ਼ਾਹ ਜੀ ਮੈਂ ਗਲਤ ਹੋ ਸਕਦਾ ਹਾਂ, ਪਰ ਆਪ ਜੀ ਮਹਾਰਾਜ ਜੀ ਸਮਰੱਥ ਹੋ, ਆਪ ਜੀ ਹੀ ਬੁੱਧੀ ਬਖਸ਼ੋ, ਸਮੱਤ ਬਖਸ਼ੋ ਕਿ ਕਿਹੜੀ ਭੇਟਾ ਆ ਜਿਹੜੀ ਰਹਿ ਰਹੀ ਹੈ ਮਹਾਰਾਜ। ਤੇ ਸਤਿਗੁਰੂ ਜੀ ਕਹਿਣ ਲੱਗੇ, ਫੱਗੂ ਮੱਲ ਆ ਜਿਹੜੀ ਵਿਹੜੇ ਦੇ ਵਿੱਚ ਬੇਰੀ ਲੱਗੀ ਏ ਇਹ ਵੀ ਤਾਂ ਸਾਡੀ ਭੇਟਾ ਆ। ਜਦੋਂ ਚਾਚੇ ਫੱਗੂ ਨੇ ਇਹ ਗੱਲ ਸੁਣੀ, ਅੱਖਾਂ ਦੇ ਵਿੱਚ ਪਾਣੀ ਨੀਰ ਵਗਣ ਲੱਗ ਪਿਆ। ਸਤਿਗੁਰੂ ਜੀ ਜਾਣਗੇ ਤੇ ਸੰਗਤ ਵੀ ਹੈਰਾਨ ਜਿਹੜੀ ਉੱਥੇ ਖੜੀ ਸੀ। ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਫੱਗੂ ਮੱਲ ਜੀ ਨੂੰ, ਕਹਿੰਦੇ ਫੱਗੂ ਮੱਲ ਹੁਣ ਇਹ ਸੰਗਤਾਂ ਨੂੰ ਵੀ ਦੱਸ ਕੇ ਇਹ ਭੇਟਾ ਦਾ ਕੀ ਕਾਰਨ ਆ, ਇਹ ਸਾਡੀ ਭੇਟਾ ਕਿਵੇਂ ਹੈ। ਫਿਰ ਚਾਚਾ ਫੱਗੂ ਜੀ ਨੇ ਦੱਸਿਆ ਸੰਗਤ ਨੂੰ, ਸੰਗਤ ਜੀ ਇੱਕ ਦਿਨ ਮੈਂ ਦਸਵੰਧ ਭੇਟਾ ਇਕੱਠੀ ਕਰਨ ਦੇ ਲਈ ਗਿਆ ਸੀਗਾ ਪਿੰਡ ਦੇ ਵਿੱਚ ਸਿੱਖਾਂ ਦੇ ਘਰਾਂ। ਇੱਕ ਸਿੱਖ ਦੇ ਘਰੇ ਗਿਆ ਸੀ ਤੇ ਉਹ ਸਿੱਖ ਪਰਿਵਾਰ ਬਹੁਤ ਗਰੀਬ ਸੀ ਤੇ ਘਰ ਦੇ ਵਿੱਚ ਸਿੱਖ ਆਪ ਨਹੀਂ ਸੀ, ਬੀਬੀ ਸੀ ਘਰੇ। ਮੈਂ ਆਵਾਜ਼ ਮਾਰੀ, ਭਾਈ ਦਸਵੰਧ ਭੇਟਾ ਦਿਓ। ਤਾਂ ਉਹ ਬੀਬੀ ਬੋਲੀ, ਕਹਿੰਦੀ ਅਸੀਂ ਗਰੀਬ ਆ, ਅਸੀਂ ਨਹੀਂ ਦੇ ਸਕਦੇ, ਸਾਡੇ ਕੋਲ ਕੁਝ ਨਹੀਂ। ਸੰਗਤ ਜੀ ਮੈਂ ਫਿਰ ਕਿਹਾ, ਬੀਬੀ ਚੱਲ ਜੋ ਕੁਝ ਵੀ ਹੈ, ਜੋ ਵੀ ਦੇ ਸਕਦੀ ਉਹ ਦੇ, ਪਰ ਦਸਵੰਧ ਭੇਟਾ ਦੇ ਜ਼ਰੂਰ ਗੁਰੂ ਕੀ। ਤਾਂ ਉਹ ਬੀਬੀ ਫਿਰ ਕਹਿੰਦੀ ਵੀ ਤੈਨੂੰ ਕਿਹਾ ਆ ਅਸੀਂ ਗਰੀਬ ਆ, ਸਾਡੇ ਕੋਲ ਕੁਝ ਨਹੀਂ ਦੇਣ ਨੂੰ। ਭਾਈ ਫੱਗੂ ਜੀ ਕਹਿਣ ਲੱਗੇ, ਕਹਿੰਦੇ ਮੈਂ ਫੇਰ ਆਖਿਆ, ਬੀਬੀ ਜੋ ਵੀ ਕੁਛ ਹੈ ਦੇਣ ਨੂੰ ਦੇ ਦੇ। ਸੰਗਤ ਜੀ ਉਹਨੇ ਬੀਬੀ ਨੇ ਘਰ ਦੇ ਵਿਹੜੇ ਦਾ ਕੂੜਾ ਇਕੱਠਾ ਕੀਤਾ ਹੋਇਆ ਸੀ, ਉਹਨੇ ਬੁੱਕ ਭਰ ਕੇ ਕੂੜੇ ਦੀ, ਕਹਿੰਦੀ ਆਹ ਲੈ ਆਹੀ ਏ ਸਾਡੇ ਕੋਲ। ਤੇ ਕਹਿੰਦੀ ਜਦੋਂ ਭਾਈ ਫੱਗੂ ਜੀ ਕਹਿਣ ਲੱਗੇ, ਸੰਗਤ ਜੀ ਜਦੋਂ ਉਹਨੇ ਕਿਹਾ ਆ ਭੇਟਾ ਆਹੀ ਏ ਸਾਡੇ ਕੋਲ, ਤਾਂ ਉਸ ਵੇਲੇ ਮੇਰੇ ਮਨ 'ਚ ਆਇਆ ਕਿ ਗੁਰੂ ਤਾਂ ਕੌਡੀਆਂ ਵੀ ਪ੍ਰਵਾਨ ਕਰ ਲੈਂਦਾ ਹੈ। ਉਸੇ ਵੇਲੇ ਮੈਂ ਪੱਲਾ ਕੀਤਾ, ਕੱਪੜਾ ਕੀਤਾ, ਉਹ ਬੀਬੀ ਵੱਲੋਂ ਜਿਹੜਾ ਕੂੜਾ ਘੱਟਾ ਇਕੱਠਾ ਕਰਕੇ ਮੇਰੇ ਪੱਲੇ ਦੇ ਵਿੱਚ ਸੁੱਟਿਆ, ਉਹਨੇ ਮੈਂ ਗੰਢ ਮਾਰ ਕੇ ਘਰੇ ਲੈ ਆਂਦੀ। ਘਰੇ ਲਿਆ ਕੇ ਵੇਖਿਆ ਕਿ ਮਿੱਟੀ ਹੈ, ਗੁਰੂ ਘਰ ਦੇ ਮਿੱਟੀ ਵੀ ਪ੍ਰਵਾਨ ਆ ਕੇ ਮੈਂ ਖੋਲ੍ਹਿਆ ਕੱਪੜਾ ਵੀ ਇਹਨੂੰ ਮਿੱਟੀ ਨੂੰ ਕਿੱਥੇ ਰੱਖਾਂ। ਤਾਂ ਜਦੋਂ ਫਰੋਲਿਆ ਹੱਥ ਵੱਜਾ, ਵਿੱਚੋਂ ਗਿਟਕ ਨਿਕਲੀ ਬੇਰੀ ਦੀ, ਬੇਰ ਦੀ ਗਿਟਕ। ਤਾਂ ਉਹ ਬੇਰ ਦੀ ਗਿਟਕ ਸੀ ਜਿਹੜੀ ਮੈਂ ਵਿਹੜੇ ਦੇ ਵਿੱਚ ਦੱਬਤੀ, ਪਾਣੀ ਪਾਤਾ। ਸੰਗਤ ਜੀ ਆ ਉਹ ਬੇਰੀ ਬਣ ਗਈ ਹੈ। ਇਸ ਕਰਕੇ ਇਹ ਗੁਰੂ ਦੀ ਭੇਟਾ ਆ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ। ਮਹਾਰਾਜ ਕਹਿਣ ਲੱਗੇ, ਸੰਗਤ ਜੀ ਮੈਂ ਇਸੇ ਕਰਕੇ ਕਹਿੰਦਾ ਸੀ ਫੱਗੂ ਮੱਲ ਦਾ ਕੱਲਾ ਘਰ ਦਾ ਗੇਟ ਵੱਡਾ ਨਹੀਂ, ਫੱਗੂ ਮੱਲ ਦਾ ਦਿਲ ਵੀ ਬੜਾ ਵੱਡਾ ਆ। ਸੋ ਸੰਗਤ ਜੀ ਚਾਚਾ ਫੱਗੂ ਜੀ ਦੇ ਘਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਗਏ, ਬੜੀਆਂ ਬਖਸ਼ਿਸ਼ਾਂ ਕੀਤੀਆਂ।